ਸਤਿ ਸ਼੍ਰੀ ਅਕਾਲ ਜੀ, ਥਮੇ ਦੇਖ ਰਹੇ ਹੋ ਪੁਆਧੀ ਟੀਵੀ। मैं ਧਨਵੰਤ ਸਿੰਘ ਘਮਾਣ ਲੈ ਕੇ ਹਾਜ਼ਰ ਹਾਂ ਇੱਕ ਨਵਾਂ ਪ੍ਰੋਗਰਾਮ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਰਾਮ ਕੁਮਾਰ ਜੀ ਨਾਲ ਸਾਰੀਆਂ ਮੁਲਾਕਾਤਾਂ ਕਰਾਉਂਦੇ ਰਹਾਂ ਨਿਤ ਨਵੇਂ ਵਿਸ਼ਿਆਂ ਪਰ ਤੁਹਾਨੂੰ ਜ਼ਿੰਦਗੀ के ਜਿਹੜੇ ਤਜਰਬੇ ਆ ਜ਼ਿੰਦਗੀ ਨੂੰ ਸਾਇੰਟੀਫਿਕ ਤਰੀਕੇ ਨਾਲ ਜਿਉਣ ਵਾਸਤੇ ਰਾਮ ਕੁਮਾਰ ਜੀ ਨਵੀਆਂ ਜਾਣਕਾਰੀਆਂ ਦਿੰਦੇ ਰਹਾਂ। ਆਪਾਂ ਉਹਨੂੰ ਵਹਿਮਾਂ ਭਰਮਾਂ ਤੇ ਬਾਹਰ ਕੱਢਦੇ ਰਹਾਂ। ਇਸੇ ਤਰ੍ਹਾਂ ਅੱਜ ਵੀ ਇੱਕ ਨਵੇਂ ਵਿਸ਼ੇ ਨੂੰ ਛੂਹਾਂਗੇ जिसके ऊपर गलबात करने मारे गए राम कुमार जी हाजरा। सो राम कुमार जी सत श्री अकाल। सत श्री अकाल जी। राम कुमार जी, पहला मेरा सवाल यही है कि अज के समय च भी लोग मतलब कि अपने हत्थों की किरत करने की बजाय किस्मत च बहुत विश्वास रखा। कई बारी मेहनत करने के बाद भी कुछ ना कुछ कमी रह जाए तो बंदा कहता है भी यार भी किस्मत ही चलो नहीं मिले, किस्मत करके मैं उरा रह गया। कि किस्मत करके बंदे नूं किते ना किते सफलता मिला या फिर बंदे की मेहनत च ही किते ना किते घाट रह जा जी। ਜਿਹੜੀ ਕਿਸਮਤ ਦਾ ਫਲਸਫਾ ਹੈ जी ਇਹ ਜਾਣੀ ਕੁਝ ਚਲਾਕ ਲੋਕਾਂ ਦੇ ਪੱਖ 'ਚ ਹੈ ਤੇ ਉਹਨਾਂ ਵੱਲੋਂ ਹੀ ਘੜਿਆ ਗਿਆ जी ਜਾਣੀ ਇੱਕ ਕਹਾਣੀ ਹੈ जी ਵੀ ਇੱਕ ਪੁਰਾਣੀ ਕਹਾਣੀ ਹੈ। ਇੱਕ ਯੂਰਪ ਦਾ ਇੱਕ ਰਾਜਾ ਸੀ जी ਉਹਦੇ ਰਾਤ ਨੂੰ ਪਏ ਦੇ ਖਿਆਲ ਆਇਆ जी ਵੀ ਮੈਂ ਰਾਜਾ ਮੇਰੀ ਪਰਜਾ ਹੈ जी ਤੇ ਪਰਜਾ ਕਿੰਨੀ ਗਰੀਬ ਹੈ, ਕਿੰਨੀ ਦੁਖੀ ਹੈ, ਉਹਨਾਂ ਕੋਲ ਕੋਈ ਸਹੂਲਤਾਂ ਨਹੀਂ। ਅਸੀਂ ਕਿੰਨੀਆਂ ਸਹੂਲਤਾਂ ਮਾਣਦੇ ਹਾਂ, ਕਿੰਨੇ ਵਧੀਆ ਵਸਤਰ ਪਹਿਨਦੇ ਹਾਂ, ਕੱਪੜੇ ਪਹਿਨਦੇ ਹਾਂ, ਕਿੰਨੀ ਵਧੀਆ ਖੁਰਾਕ ਖਾਂਦੇ ਹਾਂ, ਕਿੱਡੇ ਵੱਡੇ ਕਿਲਿਆਂ 'ਚ ਮਹਿਲਾਂ 'ਚ ਰਹਿੰਦੇ ਹਾਂ जी ਵੀ ਮੈਂ ਮੇਰਾ ਪਰਿਵਾਰ ਜਾਂ ਅਸੀਂ ਥੋੜ੍ਹੇ ਜਿਹੇ ਹਾਂ ਤੇ ਪਰਜਾ ਲੱਖਾਂ ਕਰੋੜਾਂ ਦੀ ਗਿਣਤੀ 'ਚ ਹੈ ਵੀ ਇਹ ਮੇਰੇ ਤੋਂ ਰਾਜ ਖੋਹ ਕਿਉਂ ਨਹੀਂ ਲੈਂਦੇ जी। ਤੋ ਰਾਤ ਨੂੰ ਉਹਦੇ ਖਿਆਲ ਆਈ ਗਿਆ। ਸਵੇਰੇ ਉਹਨੇ ਫਿਰ ਆਪਣੀ ਸਭਾ ਦੇ ਵਿੱਚ ਰੱਖੀ ਇਹ ਗੱਲ ਵੀ ਮੇਰੇ ਇਹ ਖਿਆਲ ਆਇਆ जी ਤੋ ਫਿਰ ਇੱਕ ਉਹਦਾ ਜਿਹੜਾ ਸਭਾਪਤੀ ਤੇ ਮੰਤਰੀ ਸੀ जी ਉਹ ਕਹਿਣ ਲੱਗਿਆ ਜੀ ਵੀ ਐਂ ਰਾਜ ਕਿਵੇਂ ਖੋਲਣਗੇ, जी ਆਪਣੇ ਕੋਲੇ ਫੌਜ ਹੈ। हाँ जी ਉਹ ਕਹਿੰਦਾ ਵੀ ਫੌਜ ਹੈ ਜਿਹੜੀ ਫੌਜ ਦੇ ਵਿੱਚ ਆਪਣੇ ਤਾਂ ਇੱਕ ਦੋ ਅਫਸਰ ਹੀ ਨੇ जी ਬਾਕੀ ਤਾਂ ਆਮ ਜਿਹੜੀ ਪਰਜਾ ਹੈ, ਆਮ ਲੋਕ ਨੇ जी ਉਹਨਾਂ ਦੇ ਮੁੰਡੇ ਹੀ ਫੌਜ 'ਚ ਨੇ जी ਤੇ ਉਹ ਸਾਡੀ ਮਦਦ ਕਿਉਂ ਕਰਨਗੇ, ਉਹ ਤਾਂ ਉਹਨਾਂ ਦੇ ਨਾਲ ਲੱਗ ਸਕਦੇ ਨੇ, जी ਬਗਾਵਤ ਕਰ ਸਕਦੇ ਨੇ। ਇਹਨੇ ਫਿਰ ਦੂਸਰਾ ਮੰਤਰੀ ਉੱਠਿਆ ਉਹ ਕਹਿੰਦਾ ਵੀ ਉਹਨਾਂ ਦੇ ਨਾਲ ਕਿਉਂ ਲੱਗਣਗੇ, ਆਪਾਂ ਇਹਨਾਂ ਨੂੰ ਤਨਖਾਹ ਦਿੰਦੇ ਹਾਂ, ਫੌਜ ਨੂੰ ਪੈਸੇ ਆਪਾਂ ਦਿੰਦੇ ਹਾਂ। ਜਦ ਆਪਾਂ ਪੈਸੇ ਦਿੰਦੇ ਹਾਂ ਇਹਨਾਂ ਨੂੰ ਤਨਖਾਹ ਦਿੰਦੇ ਹਾਂ ਤੇ ਆਪਣੀ ਰਾਖੀ ਇਹ ਕਰਦੇ ਨੇ ਉਹਦੇ ਬਦਲੇ 'ਚ। ਆਪਾਂ ਇਹਨਾਂ ਨੂੰ ਪੈਸੇ ਦਿੰਦੇ ਹਾਂ, ਇਹ ਉਹਦੇ ਬਦਲੇ 'ਚ ਆਪਣੀ ਰਾਖੀ ਕਰਦੇ ਨੇ जी। ਉਹ ਕਹਿੰਦਾ ਵੀ ਪੈਸੇ ਆਪਾਂ ਤਾਂ ਕੋਈ ਕੰਮ ਨਹੀਂ ਕਰਦੇ, ਆਪਾਂ ਤਾਂ ਵਿਹਲੇ ਰਹਿੰਦੇ ਹਾਂ। ਜਿਹੜੇ ਤਨਖਾਹ ਹੈ ਉਹ ਤਾਂ ਲੋਕਾਂ 'ਤੇ ਟੈਕਸ ਲਾਉਂਦੇ ਹਾਂ ਆਪਾਂ, ਉਹ ਟੈਕਸ ਦੇ ਵਿੱਚੋਂ ਹੀ ਇਹਨਾਂ ਨੂੰ ਤਨਖਾਹ ਦਿੰਦੇ ਹਾਂ। ਜਾਣੀ ਇਹਨਾਂ ਦੀ ਤਨਖਾਹ ਤਾਂ ਲੋਕਾਂ ਦੀਆਂ ਜੇਬਾਂ 'ਚੋਂ ਹੀ ਦਿੱਤੀ ਜਾਂਦੀ ਆ जी ਤੇ ਫਿਰ ਤੀਸਰਾ ਮੰਤਰੀ ਉਹਦੇ ਦਿਮਾਗ 'ਚ ਆਇਆ। ਉਹ ਕਹਿੰਦਾ ਜੀ ਐਂ ਕਿਵੇਂ ਨਹੀਂ ਟੈਕਸ ਦੇਣਗੇ ਇਹ, जी ਆਪਣੇ ਕੋਲ ਪੁਲਿਸ ਹੈ, जी ਲੋਕ ਜੇ ਟੈਕਸ ਦੇਣ ਤੋਂ ਨਾ ਕਰਨਗੇ ਆਪਣੇ ਕੋਲ ਪੁਲਿਸ ਆ, ਉਹਦੇ ਤੋਂ ਆਪਾਂ ਪੁਲਿਸ ਦੇ ਡਰ ਤੋਂ ਲੋਕ ਟੈਕਸ ਦਿੰਦੇ ਨੇ। पे कर देंगे। ਫਿਰ ਇੱਕ ਚੌਥਾ ਮੰਤਰੀ ਜਿਹੜਾ ਸਭ ਤੋਂ ਵੱਧ ਦਿਮਾਗ ਤੇ ਉਹ ਉੱਠਿਆ। ਮੰਤਰੀ ਨਹੀਂ ਸੀ ਉਹ, ਇੱਕ ਜਾਣੀ ਉਹਨਾਂ ਦਾ ਧਾਰਮਿਕ ਪ੍ਰਚਾਰਕ ਸੀ, ਠੇਕੇਦਾਰ ਕਹਿ ਦਿੰਦੇ ਨੇ ਜਿਹਨੂੰ ਅੱਜ ਕੱਲ੍ਹ। जी ਤੇ ਉਹ ਕਹਿੰਦਾ ਵੀ ਰਾਜਾ ਸਾਹਿਬ ਜਿਹੜਾ ਤੁਹਾਡਾ ਰਾਜ ਹੈ ਨਾ ਤਾਂ ਚੱਲਦਾ ਫੌਜ ਦੇ ਸਿਰ ਤੇ ਨਾ ਪੁਲਿਸ ਦੇ ਸਿਰ ਤੇ, ਜਿਹੜਾ ਤੁਹਾਡਾ ਰਾਜ ਆ ਉਹ ਚੱਲਦਾ ਸਾਡੇ ਸਿਰ ਦੇ ਉੱਤੇ। जी ਅਸੀਂ ਲੋਕਾਂ ਨੂੰ ਉਹਨਾਂ ਦੇ ਦਿਮਾਗ ਦੇ ਵਿੱਚ ਬਿਠਾਉਂਦੇ ਹਾਂ ਬਾਰ-ਬਾਰ ਆਪਣੇ ਪ੍ਰਵਚਨਾਂ ਰਾਹੀਂ, ਕਥਾ ਰਾਹੀਂ ਵੀ ਜਿਹੜਾ ਤੁਹਾਡੀ ਗਰੀਬੀ ਹੈ, ਜਿਹੜਾ ਇੱਥੇ ਬੇਰੁਜ਼ਗਾਰੀ ਹੈ, ਜਿਹੜੀ ਇੱਥੇ ਭੁੱਖਮਰੀ ਹੈ, ਜੇ ਤੁਹਾਨੂੰ ਦਵਾਈਆਂ ਨਹੀਂ ਮਿਲਦੀਆਂ ਹਸਪਤਾਲ ਦੇ ਵਿੱਚ, ਜੇ ਤੁਹਾਡਾ ਇਲਾਜ ਨਹੀਂ ਹੁੰਦਾ, ਜੇ ਤੁਹਾਡੇ ਕੋਲ ਕੱਪੜੇ ਨਹੀਂ ਪਹਿਨਣ ਨੂੰ, ਫਟੇ ਕੱਪੜੇ ਪਾਉਂਦੇ ਹੋ, ਇਹਦਾ ਕਾਰਨ, ਇਹਦਾ ਜ਼ਿੰਮੇਵਾਰ ਇਹ ਰਾਜਾ ਨਹੀਂ, ਇਹਦਾ ਜ਼ਿੰਮੇਵਾਰ ਤੁਹਾਡੇ ਪਿਛਲੇ ਜਨਮਾਂ ਦੇ ਵਿੱਚ ਕੀਤੇ ਹੋਏ ਪਾਪ ਨੇ। जी ਤੇ ਉਹ ਤੁਹਾਡੀ ਕਿਸਮਤ ਹੈ ਜਿਹੜੀ ਜਿੰਨੇ ਜੋ ਕਿਸਮਤ 'ਚ ਲਿਖਿਆ ਉਹੀ ਕਿਸਮਤ ਦੇ ਵਿੱਚ ਮਿਲਦਾ। जी ਇਸੇ ਫਿਲਾਸਫੀ ਨੇ ਸਾਡਾ ਦੇਸ਼ ਹੈ ਜਿਹੜਾ, ਜਿਵੇਂ ਇਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ। ਅਸੀਂ ਸੋਨੇ ਦੀ ਚਿੜੀ ਤਾਂ ਕਿਹਾ ਜਾਂਦਾ ਕਿਉਂਕਿ ਇੱਥੇ ਜਿਹੜੇ ਕੁਦਰਤੀ ਸਾਧਨ ਨੇ ਸਾਰੀ ਦੁਨੀਆ ਤੋਂ, ਮੈਂ ਅਰਥ ਸ਼ਾਸਤਰ ਦਾ ਇਕਨੋਮਿਕਸ ਦਾ ਸਟੂਡੈਂਟ ਹਾਂ, ਸਾਰੀ ਦੁਨੀਆ ਤੋਂ 200 ਦੇਸ਼ਾਂ ਤੋਂ ਵੱਧ ਕੁਦਰਤੀ ਸਾਧਨ ਸਾਡੇ ਹਿੰਦੁਸਤਾਨ ਦੇ ਵਿੱਚ ਨੇ। ਜੀ ਤਰੱਕੀ ਕਰਨ ਵਾਸਤੇ ਲੋਹਾ ਸਭ ਤੋਂ ਵੱਧ ਇੱਥੇ ਲੋਹਾ, ਕੋਲਾ,
ਕਾਰਖਾਨੇ ਚਲਾਉਣ ਵਾਸਤੇ ਪਾਣੀ ਇੰਨਾ ਇੱਕ ਇੱਕ ਸੂਬੇ 'ਚ 3-3 ਦਰਿਆ ਨਿਕਲਦੇ ਨੇ, ਲੋਕ ਇੰਨੇ ਮਿਹਨਤੀ ਨੇ, ਪਰ ਸਾਡਾ ਦੇਸ਼ ਅਮੀਰ ਹੈ, ਲੋਕ ਗਰੀਬ ਨੇ। 1100 ਸਾਲ ਅਸੀਂ ਗੁਲਾਮ ਰਹੇ ਜੀ। ਇੰਨੀ ਇੱਥੇ ਬੇਰੁਜ਼ਗਾਰੀ ਹੈ, ਇੰਨਾ ਇੱਥੇ ਭ੍ਰਿਸ਼ਟਾਚਾਰ ਹੈ, ਇੰਨੀ ਇੱਥੇ ਭੁੱਖਮਰੀ ਹੈ। ਜਾਣੀ ਉਹ ਜਿਹੜੇ ਉੱਚ ਕੋਟੀ ਦੇ ਜਾਣੀ ਪਹਿਲੇ 10 ਦੇਸ਼ਾਂ ਦੇ ਵਿੱਚ ਅਸੀਂ ਆਉਂਦੇ ਹਾਂ, ਗਰੀਬੀ 'ਚ, ਭੁੱਖਮਰੀ 'ਚ, ਕਰਪਸ਼ਨ ਦੇ ਵਿੱਚ। ਇਹ ਸਾਰਿਆਂ ਦਾ ਕਾਰਨ ਸਾਡੀ ਇਹ ਕਿਸਮਤ ਹੀ ਹੈ। ਅਸੀਂ ਕਿਸਮਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਵੀ ਸਾਡੀ ਤਾਂ ਕਿਸਮਤ ਮਾੜੀ ਆ, ਗਰੀਬੀ ਹੈ ਵੀ ਅਸੀਂ ਤਾਂ ਗਰੀਬ ਹਾਂ ਜੀ, ਸਾਡੇ ਤਾਂ ਕਰਮਾਂ 'ਚ ਗਰੀਬੀ ਲਿਖੀ ਹੋਈ ਹੈ ਜੀ। ਜਦ ਕਿ ਕਾਰਨ ਜਿਹੜਾ ਜੇ ਇਹਦਾ ਲੱਭਿਆ ਜਾਵੇ, ਜੇ ਸਾਡੀ ਸੋਚ, ਅਸੀਂ ਲੋਕਾਂ ਨੂੰ ਇਹ ਕਿਸਮਤਵਾਦੀ ਫਲਸਫੇ 'ਚੋਂ ਕੱਢ ਕੇ ਇਹ ਉਹਨਾਂ ਦੀ ਸੋਚ ਖਤਮ ਕਰਕੇ, ਜਿਹੜੀ ਕਹਿੰਦੀ ਆ ਬੰਦਿਆ ਤੁਰ ਜਾ ਵਰਮਾ ਨੂੰ ਲੇਖ ਜਾਣਗੇ ਨਾਲ, ਵੀ ਕਿਸਮਤ ਤਾਂ ਨਾਲ ਰਹਿੰਦੀ ਆ, ਪਰ ਜਿਹੜਾ ਪ੍ਰਵਾਸ ਹੈ ਇਹ ਕਿਸਮਤ ਬਦਲ ਦਿੰਦਾ। ਜਿਵੇਂ ਹੁਣ ਦੁਆਬੇ ਦੇ ਵਿੱਚ ਬਹੁਤ ਸਾਰੇ ਲੋਕ ਜਲੰਧਰ ਦੇ ਏਰੀਏ 'ਚੋਂ ਬਾਹਰ ਗਏ ਪਹਿਲੇ ਸਮੇਂ 'ਚ, ਹਾਲਾਂਕਿ ਆਪਣੇ ਮਾਲਵੇ ਦੇ ਵਿੱਚ ਇੱਧਰ ਫਸਲ ਜ਼ਿਆਦਾ ਹੁੰਦੀ ਸੀ ਤਾਂ ਹੀ ਉਹਨੂੰ ਮਾਲਵਾ, ਮਾਲਦਾਰ ਕਹਿੰਦੇ ਨੇ। ਉੱਥੋਂ ਗਏ ਲੋਕ ਤੇ ਉਹ ਅੱਜ ਸਾਡੇ ਨਾਲੋਂ ਅੱਗੇ ਨੇ ਕਿਉਂਕਿ ਬਾਹਰ ਚਲੇ ਗਏ। ਇਸ ਕਰਕੇ ਕਿਸਮਤ ਹੈ ਜਿਹੜੀ ਉਹ ਨਾਲ ਨਹੀਂ ਜਾਂਦੀ ਹੈਗੀ, ਸਿਸਟਮ ਹੈ ਜਿਹੜਾ ਉਹ ਗਰੀਬੀ ਦਿੰਦਾ ਜੀ। ਜੇ ਗਰੀਬੀ ਦਾ ਲੋਕਾਂ ਨੂੰ ਪਤਾ ਲੱਗ ਜੂ ਵੀ ਗਰੀਬੀ ਦਾ ਕੀ ਕਾਰਨ ਹੈ ਜੀ, ਫਿਰ ਉਹਨਾਂ ਨੂੰ ਜਾਣੀ ਇਸ ਦੀ ਸਮਝ ਆਊ, ਫਿਰ ਇਹ ਤੋਂ ਬਦਲਿਆ ਜਾ ਸਕਦਾ। ਪਰ ਜੇ ਉਹ ਕਿਸਮਤ 'ਚ ਸਮਝਦੇ ਵੀ ਸਾਡੇ ਤਾਂ ਕਰਮਾਂ ਦੇ ਵਿੱਚ ਹੀ ਗਰੀਬੀ ਹੈ ਤੇ ਫਿਰ ਉਹ ਇਸ ਤੇ ਇਹਦਾ ਬਦਲ ਜਾਣੀ ਉਹ ਗਰੀਬੀ ਦੂਰ ਕਰਨ ਦਾ ਜਿਹੜਾ ਹਿੰਮਤ ਹੈ, ਹੌਸਲਾ, ਕੋਸ਼ਿਸ਼ ਨਹੀਂ ਕਰਨਗੇ ਤੇ ਆਪਣੇ ਕਰਮਾਂ ਨੂੰ ਮਾੜਾ, ਚਾਹੇ ਕੋਈ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਜਾਣੀ ਆਪਣੇ ਹੁਣ ਜਿਸ ਤਰ੍ਹਾਂ ਦਵਾਈਆਂ ਨਹੀਂ, ਇਲਾਜ ਨਹੀਂ, ਕਰੋਨਾ ਬਿਮਾਰੀ ਫੈਲੀ ਹੋਈ ਹੈ, ਜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਹਾਂ ਉੱਥੇ ਵੈਂਟੀਲੇਟਰ ਹੀ ਨਹੀਂ ਹੈਗੇ। ਪੰਜਾਬ ਦੇ ਥੋੜ੍ਹੇ ਜਿਹੇ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਨੇ, ਦਵਾਈਆਂ ਨਹੀਂ ਹੈਗੀਆਂ। ਜੇ ਪ੍ਰਾਈਵੇਟ 'ਚ ਜਾਂਦੇ ਹਾਂ ਉਹ ਮਹਿੰਗੇ ਬਹੁਤ ਨੇ, ਇੰਨਾ ਜ਼ਿਆਦਾ ਜਾਣੀ ਆਮ ਜਿਹੜਾ ਸਧਾਰਨ ਮਿਹਨਤ ਕਰਨ ਵਾਲਾ ਬੰਦਾ ਉਹ ਇੰਨਾ ਖਰਚਾ ਨਹੀਂ ਚੱਕ ਸਕਦਾ ਹੈਗਾ। ਲੱਖਾਂ ਦੀ ਗਿਣਤੀ 'ਚ ਜਾਣੀ 5-7 ਲੱਖ ਰੁਪਈਆ ਚਾਹੀਦਾ ਜੇ ਕਿਸੇ ਨੇ ਮਰੀਜ਼ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਾਉਣਾ। ਪਰ ਹੁਣ ਇਹ ਆ ਵੀ ਜੇ ਸਾਰੀਆਂ ਚੀਜ਼ਾਂ ਲੋਕ ਸਮਝਦੇ ਕੀ ਨੇ, ਗਰੀਬ ਨੇ ਜਿਹੜੇ, ਉਹਨਾਂ ਕੋਲੇ ਪੈਸੇ, ਪ੍ਰਾਈਵੇਟ ਇਲਾਜ ਕਰਨ ਵਾਸਤੇ ਪੈਸੇ ਨਹੀਂ, ਸਰਕਾਰੀ 'ਚ ਉਹ ਸਾਧਨ ਨਹੀਂ ਹੈਗੇ, ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਇਸ ਨੂੰ ਜ਼ਿੰਮੇਵਾਰ ਆਪਣੇ ਆਪ ਨੂੰ ਗਿਣਦੇ ਨੇ ਵੀ ਸਾਡੀ ਉਹ, ਇਹ 'ਚ ਤਾਂ ਸਾਡੇ ਹੀ ਦੋਸ਼ ਆ, ਸਾਡੀ ਉਹ ਕਿਸਮਤ ਮਾੜੀ ਹੈ, ਸਾਡੇ ਹੀ ਕਰਮ ਮਾੜੇ ਨੇ। ਹਾਲਾਂਕਿ ਕਰਮ ਨੇ ਜਿਹੜੇ ਉਹ ਕੰਮ ਹੁੰਦੇ ਨੇ, ਕੰਮ ਤਾਂ ਜਾਣੀ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ। ਵੈਸੇ ਆਪਣੇ ਸਾਡੇ ਸਮਾਜ ਦੇ ਵਿੱਚ ਤਾਂ ਕੰਮ ਕਰਨ ਵਾਲੇ ਨੂੰ ਪਿੰਡਾਂ 'ਚ ਕਮੀਣ ਕਹਿੰਦੇ ਨੇ, ਜਾਣੀ ਨੀਚ ਘਟੀਆ ਕੰਮ ਕਰਨ ਵਾਲੇ। ਉਹ ਵੈਸੇ 10 ਨਹੁੰਆਂ ਦੀ ਕਿਰਤ ਹੈ ਉਹ ਸਭ ਤੋਂ ਉੱਚੀ ਤੇ ਸੁੱਚੀ ਚੀਜ਼ ਹੈ ਤੇ ਲੋਕ ਨੇ ਜਿਹੜੇ ਕਰਮ ਤਾਂ ਚੰਗੇ ਕਰਦੇ ਨੇ ਪਰ ਉਹਨਾਂ ਦਾ ਫਲ ਹੈ ਜਿਹੜਾ ਉਹ ਨਹੀਂ ਮਿਲਦਾ। ਫਲ ਉਦੋਂ ਤੱਕ ਮਿਲਣਾ ਵੀ ਨਹੀਂ ਜਦੋਂ ਤੱਕ ਇਹਨੂੰ ਇਹ ਰਹੂ ਵੀ ਸਾਡੀ ਕਿਸਮਤ, ਸਾਡੇ ਕਰਮਾਂ ਦੇ ਵਿੱਚ ਜਿਹੜਾ ਇਹ ਨਹੀਂ ਲਿਖਿਆ ਹੋਇਆ ਸੁੱਖ। ਮਤਲਬ ਕਿ ਕਿਤੇ ਨਾ ਕਿਤੇ ਰਾਮ ਕੁਮਾਰ ਜੀ ਲੋਕ ਸਿਰਫ ਇਹ ਸੋਚ ਕੇ ਰਹਿ ਜਾਂਦੇ ਨੇ ਕਿ ਇਹ ਤਾਂ ਸਾਡੀ ਕਿਸਮਤ 'ਚ ਐਂ ਹੀ ਲਿਖਿਆ ਹੋਇਆ, ਵੀ ਯਤਨ ਕਰਨਾ ਛੱਡ ਦਿੰਦੇ ਨੇ। ਅਸਲ 'ਚ ਲੋੜ ਯਤਨ ਕਰਨ ਦੀ ਹੈ ਕਿ ਜੇਕਰ ਅਸੀਂ ਯਤਨ ਕਰੀਏ ਤਾਂ ਕਿਤੇ ਨਾ ਕਿਤੇ ਅਸੀਂ ਸਫਲ ਵੀ ਹੋਵਾਂਗੇ। ਫਿਰ ਰਾਮ ਕੁਮਾਰ ਜੀ ਇਹ ਮਤਲਬ ਕਿ ਇਹ ਗੱਲ ਮੈਨੂੰ ਦੱਸੋ, ਜਦੋਂ ਕਹਿੰਦੇ ਨੇ ਕਿ ਕਈ ਵਾਰੀ ਬੰਦਾ ਯਤਨ ਵੀ 2-3 ਵਾਰ ਕਰਦਾ, 4 ਵਾਰ ਕਰਦਾ, ਫਿਰ ਵੀ ਉਹਦਾ ਉਹ ਕੰਮ ਨਹੀਂ ਬਣਦਾ। ਕਈ ਵਾਰੀ ਜੇ ਆਪਾਂ ਫੋਰ ਐਗਜ਼ਾਮਪਲ ਇੱਕ ਬੱਚਾ ਲਾ ਲਈਏ, ਕਈ ਵਾਰੀ ਹੁਣ ਸਟੂਡੈਂਟ ਨੇ ਸਰਕਾਰੀ ਐਗਜ਼ਾਮਸ ਦੀ ਤਿਆਰੀ ਕਰਦੇ ਨੇ, ਪੇਪਰਾਂ ਦੀ ਤਿਆਰੀ ਕਰਦੇ ਨੇ, ਜਿਵੇਂ ਉਹਦੇ ਵਿੱਚ ਉਹ ਕਹਿ ਦਿੰਦੇ ਨੇ ਕਿ ਮੈਂ 4 ਵਾਰ ਪੇਪਰ ਦੇ ਲਿਆ, ਕਲੀਅਰ ਨਹੀਂ ਹੋ ਰਿਹਾ ਮੇਰੇ ਤੋਂ, ਕੋਈ ਮਤਲਬ ਕਿ ਕਿਸੇ ਵੀ ਕੰਪੀਟੀਸ਼ਨ ਐਗਜ਼ਾਮ ਦੀ ਗੱਲ ਕਰ ਲਈਏ ਕਿ ਕਲੀਅਰ ਨਹੀਂ ਹੋਇਆ। ਫਿਰ ਉਹ ਕਹਿੰਦਾ ਮੇਰੇ ਤਾਂ ਯਾਰ ਕਿਸਮਤ ਹੀ ਨਹੀਂ ਹੈਗਾ, ਕਿਸਮਤ ਮਾੜੀ ਹੈ। ਕਿਤੇ ਨਾ ਕਿਤੇ ਇੱਥੇ ਕੰਮ ਕਰਦੇ ਨੇ ਜਾਂ ਫਿਰ ਇਹ ਵੀ ਸਿਰਫ ਮਿਹਨਤ 'ਤੇ ਹੀ ਡਿਪੈਂਡ ਕਰਦਾ? ਅਸਲ ਦੇ ਵਿੱਚ ਜਿਹੜਾ ਸਾਡਾ ਸਿਸਟਮ ਹੈ, ਇੱਥੇ ਦਾ ਸਿਸਟਮ ਹੈ ਜੀ, ਇਹ ਪੈਸਾ ਪ੍ਰਧਾਨ ਸਿਸਟਮ ਹੈ ਜੀ। ਇਹਦੇ ਵਿੱਚ ਪੈਸੇ ਦੀ ਜੈ ਜੈਕਾਰ ਹੈ, ਮਿਹਨਤ ਦੀ ਜੈ ਜੈਕਾਰ ਨਹੀਂ ਜੀ। ਜਦੋਂ ਪੈਸਾ ਸੈਂਟਰ ਦੇ ਵਿੱਚ ਆ ਗਿਆ ਤੇ ਹਰ ਬੰਦਾ ਪੈਸੇ ਕਮਾਉਣ ਵੱਲ ਵੱਧਦਾ, ਕਿਉਂਕਿ ਪੈਸੇ ਨਾਲ ਇੱਥੇ ਇੱਜ਼ਤ ਮਿਲਦੀ ਹੈ, ਪੈਸੇ ਨਾਲ ਇਨਸਾਫ ਮਿਲਦਾ, ਪੈਸੇ ਨਾਲ ਨੌਕਰੀ ਮਿਲਦੀ ਆ, ਹਰ ਚੀਜ਼ ਇੱਥੇ ਪੈਸੇ ਨਾਲ ਮਿਲਦੀ ਹੈ। ਇਸ ਕਰਕੇ ਬੰਦਾ ਪੈਸੇ ਵੱਲ ਨੂੰ ਭੱਜਦਾ ਹੈ। ਅਮੀਰ ਹੈ ਜਿਹੜਾ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ। ਤੇ ਇਸ ਕਰਕੇ ਜਿਵੇਂ ਉਹ ਵੀ ਪੇਪਰ 'ਚੋਂ ਪਾਸ ਨਹੀਂ ਹੋਇਆ, ਪੇਪਰ 'ਚੋਂ ਪਾਸ ਹੋਊਗਾ ਫਿਰ ਉਹਨੂੰ ਨੌਕਰੀ ਮਿਲੂ। ਜਾਣੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਂਦੇ ਆ ਬੱਚੇ ਸਾਡੇ, ਜਾਂਦੇ ਹੀ ਆ, ਉਹਨਾਂ ਨੂੰ ਰੁਜ਼ਗਾਰ ਮਿਲਦਾ, ਉੱਥੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂ। ਕੰਪੀਟੀਸ਼ਨ ਵਾਲਾ ਉੱਥੇ ਹੈ ਹੀ ਨਹੀਂ ਕੋਈ ਵੀ ਕੰਪੀਟੀਸ਼ਨ ਜਿਹਦੇ ਚੰਗੇ ਨਵੇਂ ਮੈਰਿਟ 'ਚ ਆਉਣਗੇ ਉਹ ਉਹਨਾਂ ਨੂੰ ਨੌਕਰੀ ਮਿਲ ਜੂ, ਬਾਕੀ ਵਿਚਾਰੇ ਰਹਿ ਜਾਂਦੇ ਨੇ। ਉੱਥੇ ਸਾਰਿਆਂ ਨੂੰ ਰੁਜ਼ਗਾਰ
ਮਿਲ ਜਾਂਦਾ। ਜਿਸ ਤਰ੍ਹਾਂ ਮੈਂ ਨਿਊਜ਼ੀਲੈਂਡ ਜਾ ਕੇ ਉੱਥੇ ਦੇਖਿਆ, ਉਹ ਕਹਿੰਦੇ ਜਦੋਂ ਬੱਚਾ 14 ਸਾਲ ਦਾ ਹੋ ਜਾਂਦਾ, ਚਾਹੇ ਉਹ ਅੱਗੇ ਪੜ੍ਹੇ ਚਾਹੇ ਨਾ ਪੜ੍ਹੇ, 14 ਸਾਲ ਤੋਂ ਬਾਅਦ ਉਹਨੂੰ ਨੌਕਰੀ ਮਿਲ ਜੂ। ਹਰ ਬੱਚਾ 14 ਸਾਲ ਦਾ ਆਪਣੇ ਰੁਜ਼ਗਾਰ ਤੇ ਲੱਗ ਜਾਂਦਾ। ਤੇ ਉਹ ਫਿਰ ਕਿਸਮਤ ਸਾਡੀ ਕਿਉਂ ਮਾੜੀ ਆ, ਉਹਨਾਂ ਦੀ ਕਿਉਂ ਚੰਗੀ ਆ, ਉਹ ਜਾਣੀ ਸਿਸਟਮ ਹੈ ਜਿਹੜਾ, ਸਾਡੇ ਸਿਸਟਮ ਦੇ ਵਿੱਚ ਨੁਕਸ ਹੈ। ਸਿਸਟਮ ਦੇ ਵਿੱਚ ਨੁਕਸ ਬਦਲਿਆ ਗਿਆ ਤਾਂ ਸਾਡੀ ਕਿਸਮਤ ਹੈ ਜਿਹੜੀ, ਉਹ ਸਾਡੇ ਲੋਕਾਂ ਦੀ ਕਿਸਮਤ ਹੈ, ਉਹ ਵੀ ਬਦਲ ਸਕਦੀ। ਜਿਵੇਂ ਰਾਮ ਕੁਮਾਰ ਜੀ ਆਪਾਂ ਕਿਸਮਤ ਦੀ ਗੱਲ ਕਰ ਰਹੇ ਹਾਂ, ਤੁਸੀਂ ਕਰਮ ਕਿਹਾ ਸੀ ਕਿ ਕਰਮ ਕਹਿ ਦਿੰਦੇ ਵੀ ਤੇਰੇ ਕਰਮ ਮਾੜੇ ਸੀ, ਤੇਰੀ ਕਿਸਮਤ ਮਾੜੀ ਸੀ, ਉਹਨੂੰ ਕਰਮਾਂ ਦੇ ਨਾਲ ਵੀ ਜੋੜ ਲਿਆ ਜਾਂਦਾ। ਤੇ ਕਰਮਾਂ ਦੀ ਗੱਲ ਕਰਦੇ ਆ ਜਦੋਂ, ਉੱਥੇ ਇੱਕ ਹੋਰ ਗੱਲ ਆਉਂਦੀ ਹੈ ਕਿ ਲੋਕ ਕਹਿ ਦਿੰਦੇ ਨੇ ਪੁੰਨ ਤੇ ਪਾਪ ਦਾ ਇੱਕ ਕਨਸੈਪਟ ਆਉਂਦਾ, ਜਿੱਥੇ ਲੋਕ ਕਹਿੰਦੇ ਨੇ ਬਾਈ ਇਹਨੇ ਪੁਰਾਣੇ ਪਿਛਲੇ ਜਨਮ 'ਚ ਜਿਹੜੇ ਕਰਮ ਮਾੜੇ ਸੀ, ਪਿਛਲੇ ਜਨਮ 'ਚ ਮਾੜੇ ਕਰਮ ਕੀਤੇ ਹੋਏ ਨੇ, ਜਿਹਦਾ ਇਹ ਹੁਣ ਭੋਗ ਰਿਹਾ। ਕਿ ਇਸ ਤਰ੍ਹਾਂ ਵੀ ਹੋ ਸਕਦਾ ਕਿ ਜਿਹੜੇ ਪਿਛਲੇ ਜਨਮ 'ਚ ਬੰਦੇ ਨੇ ਕੰਮ ਕੀਤੇ ਹੁੰਦੇ ਨੇ, ਉਹਨਾਂ ਦਾ ਬੰਦੇ ਨੂੰ ਅਗਲੇ ਜਨਮ 'ਚ ਫਲ ਮਿਲਦਾ, ਜਾਂ ਫਿਰ ਕਰਮ ਕੋਈ ਚੀਜ਼ ਹੁੰਦੀ ਆ, ਜਿਵੇਂ ਪੁੰਨ ਪਾਪ ਕੋਈ ਚੀਜ਼ ਹੁੰਦੀ ਆ, ਜਾਂ ਫਿਰ ਨਹੀਂ, ਸਿਰਫ ਇੱਕ ਇਹ ਬੰਦੇ ਦੇ ਮਨ ਦਾ ਵਹਿਮ ਹੀ ਆ? ਦੇਖੋ, ਪੁੰਨ ਤੇ ਪਾਪ, ਜਾਣੀ ਪੁੰਨ ਇੱਕ ਚੰਗੇ ਕੰਮ ਨੂੰ ਕਿਹਾ ਜਾਂਦਾ, ਪਾਪ ਮਾੜੇ ਕੰਮ ਨੂੰ ਕਿਹਾ ਜਾਂਦਾ। ਜਾਣੀ ਮਾੜੇ ਕੰਮ ਤਾਂ ਨਹੀਂ ਕਰਨੇ ਚਾਹੀਦੇ। ਸਾਡੇ ਬਜ਼ੁਰਗਾਂ ਨੇ, ਸਾਡੇ ਪੂਰਵਜਾਂ ਨੇ ਲੋਕਾਂ ਨੂੰ ਡਰਾ ਕੇ ਵੀ ਤੁਸੀਂ ਨਰਕ 'ਚ ਜਾਓਗੇ, ਮਾੜੇ ਕੰਮ ਕਰੋਗੇ, ਪਾਪ ਕਰੋਗੇ, ਪੁੰਨ ਕਰੋਗੇ ਤਾਂ ਸਵਰਗ 'ਚ ਜਾਓਗੇ। ਪਰ ਹੁਣ ਜਿਹੜਾ ਅੱਜ ਦੇ ਹਾਲਾਤ ਤੇ ਚੱਲ ਰਿਹਾ ਵੀ ਪੁੰਨ ਦਾ ਕੀ ਮਤਲਬ ਹੈ? ਵੀ ਬੰਦਾ ਜਿਵੇਂ ਹੁਣ ਇੱਥੇ ਮੈਂ ਦੱਸਿਆ ਵੀ ਪੈਸਾ ਪ੍ਰਧਾਨ ਸਮਾਜ ਆ, ਹਰ ਬੰਦਾ ਜਿਹੜਾ ਕੋਈ ਜਿੱਥੇ ਦਾ ਲੱਗਦਾ ਕਰਪਸ਼ਨ ਕਰਦਾ ਤੇ ਪੈਸੇ ਕਮਾਉਂਦਾ, ਗਲਤ ਤਰੀਕੇ ਨਾਲ ਪੈਸੇ ਨੇ ਜਿਹੜੇ ਉਹ ਇਕੱਠੇ ਕਰਦਾ, ਤੇ ਉਹ ਪੁੰਨ ਵਾਲਾ ਕੀ ਬਣ ਗਿਆ ਵੀ ਕਿਤੇ ਨਹਾਇਓ, ਪਵਿੱਤਰ ਸਥਾਨ 'ਚ ਨਹਾ ਲਓ ਤੇ ਪਾਪ ਦੂਰ ਹੋ ਜਾਣਗੇ। ਜਾਣੀ ਉਹ ਕੰਮ ਚੰਗੇ ਕਰਨ ਵੱਲ ਉਤਸ਼ਾਹਤ ਨਹੀਂ ਕੀਤਾ ਜਾ ਰਿਹਾ ਪ੍ਰਚਾਰਕਾਂ ਵੱਲੋਂ, ਧਰਮ ਦੇ ਪ੍ਰਚਾਰਕਾਂ ਵੱਲੋਂ। ਉਹਨਾਂ ਦਾ ਇਹੀ ਹੈ ਵੀ ਤੁਸੀਂ ਜਿਹੜੇ ਪਿਛਲੇ ਜਨਮ ਦੇ ਪਾਪ ਨੇ ਤੇ ਉਹ ਕਿਤੇ ਜਾ ਕੇ ਇਸ਼ਨਾਨ ਕਰਿਓ। ਇਹ ਜਾਣੀ ਬੜਾ ਸੌਖਾ ਤਰੀਕਾ ਵੀ 12 ਸਾਲ ਬਾਅਦ ਆਉਂਦਾ ਕੁੰਭ ਦਾ ਨਹਾਉਣ, ਤੇ ਉੱਥੇ ਨਹਾ ਲਓ ਤੇ ਪਾਪ ਕੱਟੇ ਜਾਣਗੇ। ਜਾਣੀ ਕਿ ਉਹਨਾਂ ਨੂੰ ਮਾੜੇ ਕੰਮ ਕਰਨ ਤੋਂ ਰੋਕਿਆ ਨਹੀਂ ਜਾ ਰਿਹਾ, ਜਿਵੇਂ ਬਾਹਰ ਇਹਦੀ ਸਿੱਖਿਆ ਦਿੱਤੀ ਜਾਂਦੀ ਹੈ। ਸਾਨੂੰ ਤਾਂ ਸੌਖੇ ਤਰੀਕੇ ਜਾਣੀ ਇਹੋ ਜਿਹੇ ਉਹ ਕਰਨੇ ਵੀ ਆਹ ਕਰ ਲਓ, ਇੱਦਾਂ ਕਰ ਲਓ, ਮਤਲਬ ਕਿ ਬੰਦਾ ਪਾਪ ਜਿੰਨੇ ਮਰਜ਼ੀ ਕਰੇ, ਦਸਵੰਧ ਕੱਢ ਲਓ, ਜੇ ਲੱਖ ਰੁਪਏ ਦੀ ਹੇਰਾ ਫੇਰੀ ਕਰੀ 1000 2000 ਵਿੱਚੋਂ ਦਾਨ ਕਰ ਦਿਓ, ਤੇ ਉਹਦੇ ਨਾਲ ਜਿਹੜੇ ਤੁਹਾਡੇ ਪਾਪ ਨੇ ਜਿਹੜੇ ਉਹ ਕੱਟੇ ਜਾਣਗੇ। ਅਸਲ ਦੇ ਵਿੱਚ ਜਾਣੀ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਪਿਛਲੇ ਜਨਮ ਦੇ ਪਾਪਾਂ ਦਾ ਫਲ ਹੁਣ ਮਿਲਦਾ। ਹੁਣ ਆਪਾਂ ਅੱਗ 'ਚ ਹੱਥ ਦਿੰਦੇ ਹਾਂ, ਉਹਦੇ ਨਾਲ ਦੀ ਨਾਲ ਸੜ ਜਾਂਦਾ, ਪਰ ਜਦੋਂ ਕੁਦਰਤ ਜਾਣੀ ਸਾੜ ਦਿੰਦੀ ਹੈ ਨਾ, ਤੇ ਜੇ ਆਪਾਂ ਪਾਣੀ 'ਚ ਡਿੱਗ ਜਾਂਦੇ ਹਾਂ, ਉਹਦੇ ਨਾਲ ਦੀ ਨਾਲ ਡੁੱਬ ਕੇ ਮੌਤ ਹੋ ਜਾਂਦੀ ਹੈ। ਪਰ ਜਿਹੜਾ ਮਾੜੇ ਕੰਮ ਜੇ ਹੁਣ ਆਪਾਂ ਕਰ ਰਹੇ ਹਾਂ, ਇਹਦੀ ਸਜ਼ਾ ਜਾਣੀ ਅਗਲੇ ਜਨਮ ਤੇ ਕਿਉਂ ਰੱਖੀ ਆ, ਉਦੋਂ ਹੀ ਮਿਲ ਜਾਣੀ ਚਾਹੀਦੀ ਆ। ਬੰਦਾ ਡਰਦਾ ਨਾ ਕਰੇ, ਦੂਜੇ ਜਨਮ ਤੇ ਤਾਂ ਫਿਰ ਉਹਨਾਂ ਦਾ ਡਰ ਵੀ ਘਟਦਾ। ਅਸਲ 'ਚ ਪੁੰਨ ਤੇ ਪਾਪ ਕਾਲਪਨਿਕ ਗੱਲਾਂ ਨੇ। ਜਦੋਂ ਬਣੀਆਂ ਨੇ ਉਦੋਂ ਇਹ ਆ ਵੀ ਉਦੋਂ ਪੁਲਿਸ ਨਹੀਂ ਹੁੰਦੀ ਸੀ, ਉਦੋਂ ਡਰਾਉਣ ਵਾਸਤੇ ਇਹੀ ਤੇ ਵੀ ਨਾ ਗਲਤ ਕੰਮ ਕਰ। ਪਰ ਹੁਣ ਹੈ ਜਿਹੜਾ, ਹੁਣ ਤਾਂ ਸਗੋਂ ਪੁੰਨ ਪਾਪ ਦੇ ਨਾਂ ਤੇ ਡਰਾਇਆ ਜਾ ਰਿਹਾ। ਡਰ ਕੇ ਡਰਾਉਣ ਨਾਲ ਕੋਈ ਬੰਦਾ ਨਹੀਂ ਸੁਧਰਦਾ। ਜਿਵੇਂ ਹੁਣ ਆਪਣੇ ਜੇਲ੍ਹਾਂ ਨੇ ਵੀ ਜੇ ਕਤਲ ਕਰੋਗੇ ਕੈਦ ਹੋ ਜੂ, ਕਤਲ ਫੇਰ ਵੀ ਹੁੰਦੇ ਨੇ। ਜਾਣੀ ਚੰਗੀ ਸਿੱਖਿਆ ਦੇ ਕੇ ਬਾਹਰਲੇ ਦੇਸ਼ਾਂ 'ਚ ਬਹੁਤ ਸਾਰਾ, ਇੱਕ ਕੰਟਰੀ ਆ ਉੱਥੇ ਵੀ ਜੇਲ੍ਹ ਦੇ ਵਿੱਚ ਇੱਕੋ ਹੀ ਕੈਦੀ ਰਹਿ ਗਿਆ ਸੀ, ਤੇ ਉਹ ਜੇਲ੍ਹ ਦਾ ਉਹਨਾਂ ਨੇ ਦੇਖਿਆ ਵੀ ਇੰਨਾ ਖਰਚਾ ਹੋ ਰਿਹਾ, ਉਹਦੀ ਵੀ ਸਜ਼ਾ ਮਾਫ਼ ਕਰਤੀ, ਉੱਥੇ ਜੇਲ੍ਹ ਹੀ ਨਹੀਂ, ਨਾ ਕੋਈ ਕੈਦੀ ਹੈ। ਜਾਣੀ ਉਹ ਪ੍ਰਚਾਰ ਤੇ ਜ਼ੋਰ ਦਿੰਦੇ ਨੇ। ਸਾਡੇ ਇੱਥੇ ਡਰਾ ਕੇ ਨਰਕ ਦਾ ਡਰ, ਸਵਰਗ ਦਾ ਲਾਲਚ, ਉਹ ਡਰ ਤੇ ਲਾਲਚ ਸਵਰਗ ਦਾ ਦੇ ਕੇ ਵੀ ਅਗਲੇ ਜਨਮ 'ਚ ਤੁਹਾਨੂੰ ਹੂਰਾਂ ਮਿਲਣਗੀਆਂ, ਇਹ ਮਿਲੂਗਾ ਸਵਰਗ ਦੇ ਵਿੱਚ ਇੰਨੀਆਂ ਸਹੂਲਤਾਂ ਮਿਲਣਗੀਆਂ। ਉਹ ਫਿਰ ਬੰਦਾ ਇੱਥੇ ਹੀ ਕਰਪਸ਼ਨ ਕਰਕੇ, ਇੱਥੇ ਹੀ ਆਪਣਾ ਪੈਸੇ ਕਮਾ ਕੇ ਸਵਰਗ ਦੀ ਤਰ੍ਹਾਂ ਰਹਿ ਰਿਹਾ। ਨਰਕ ਦਾ ਡਰ ਆਮ ਲੋਕਾਂ ਵਾਸਤੇ, ਜਿਹੜੇ ਸਧਾਰਨ ਲੋਕ ਨੇ, ਉਹਨਾਂ ਨੂੰ ਨਰਕ ਦਾ ਡਰ ਵੀ ਤੁਸੀਂ ਨਰਕ 'ਚ ਜਾਓਗੇ, ਤੁਸੀਂ ਮਾੜੇ ਕੰਮ ਕਰਦੇ ਹੋ। ਹਾਲਾਂਕਿ ਮਿਹਨਤ ਜਿਹੜੇ ਕਰ ਰਹੇ ਨੇ ਵਿਚਾਰੇ, ਉਹਨਾਂ ਨੂੰ ਐਵੇਂ ਹੀ ਬਾਬੇ ਕਹੀ ਜਾਂਦੇ ਨੇ ਵੀ ਤੁਸੀਂ ਮਾੜੇ ਕੰਮ ਕਰਦੇ ਹੋ, ਕੋਈ ਪੁੰਨ ਦਾ ਕੰਮ ਨਹੀਂ ਕਰਦੇ, ਇਹ ਤਾਂ ਤੁਹਾਨੂੰ ਆਪਣੇ ਨਰਕਾਂ 'ਚ ਸੜਨਾ ਪਊਗਾ। ਤੇ ਉਹ ਡਰਾ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਜੀਵਨ ਹੈ ਜਿਹੜਾ, ਉਹਨਾਂ ਨੂੰ ਸੱਚਿਓ ਨਰਕ ਦੇ ਵਿੱਚ ਧੱਕਿਆ ਜਾ ਰਿਹਾ। ਬਾਬੇ ਜਿਵੇਂ ਕਹਿੰਦੇ ਨੇ ਵੀ ਤੁਸੀਂ ਦਾਨ ਨਹੀਂ ਕਰਦੇ, ਪੁੰਨ ਨਹੀਂ ਕਰਦੇ, ਅਸਲ 'ਚ ਸਿੱਧੇ ਤੌਰ ਤੇ ਹੁੰਦਾ ਵੀ ਤੁਸੀਂ ਬਾਬਿਆਂ ਨੂੰ ਦਾਨ ਕਰੋ। ਬਾਬੇ ਮਤਲਬ ਕਿ ਉਹਨਾਂ ਬੰਦਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਦਾਨ ਪੁੰਨ ਕਰੋ, ਤੇ ਤਾਂ ਤੁਹਾਡੇ ਜਿਹੜੇ ਇਹ ਮਾੜੇ ਕਰਮ ਨੇ ਉਹ ਕੱਟੇ ਜਾਣਗੇ, ਤੁਹਾਡੇ ਜਿਹੜੇ ਪਾਪ ਨੇ ਉਹ ਕੱਟੇ ਜਾਣਗੇ। ਤਾਂ ਕਿਤੇ ਨਾ ਕਿਤੇ ਫਿਰ ਰਾਮ ਕੁਮਾਰ ਜੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਵਰਗ ਤੇ ਨਰਕ ਦੀ,
ਇਹ ਦੱਸੋ ਜੀ ਮੈਨੂੰ, ਇਹ ਬਹੁਤ ਵੱਡਾ ਸਾਡੇ ਦਿਲਾਂ 'ਚ ਵਹਿਮ ਹੁੰਦਾ ਕਿ ਇੱਥੋਂ ਜਦੋਂ ਬੰਦਾ ਮਰ ਜਾਂਦਾ, ਜੇ ਮਾੜੇ ਕਰਮ ਕਰਕੇ ਗਿਆ, ਮਾੜੇ ਕੰਮ ਕਰਕੇ ਗਿਆ, ਉਹ ਪਾਪ ਕਰਕੇ ਗਿਆ ਤਾਂ ਉਹਨੂੰ ਸਵਰਗ ਮਤਲਬ ਕਿ ਨਰਕ 'ਚ ਲੈ ਜਾਊਗਾ। ਜੇਕਰ ਇੱਥੋਂ ਚੰਗੇ ਕਰਮ ਕਰਕੇ ਗਿਆ, ਚੰਗੇ ਕੰਮ ਕੀਤੇ ਨੇ, ਤਾਂ ਉਹਨੂੰ ਜਿਹੜਾ ਸਵਰਗ ਦਿਖਾਇਆ ਜਾਊਗਾ। ਕਿ ਨਰਕ ਤੇ ਸਵਰਗ ਦਾ ਜਿਹੜਾ ਕਨਸੈਪਟ ਹੈ, ਇਹਦੇ ਬਾਰੇ ਕੀ ਕਹਿਣਾ ਜੀ ਤੁਹਾਡਾ? ਨਹੀਂ, ਇਹ ਪਹਿਲਾਂ ਵੀ ਆਪਾਂ ਨੇ ਗੱਲ ਕੀਤੀ ਸੀ ਵੀ ਇਹ ਕਾਲਪਨਿਕ ਗੱਲਾਂ ਨੇ। ਹਰ ਦੇਸ਼ ਦਾ ਆਪਣਾ ਆਪਣਾ ਨਰਕ ਹੈ। ਜਿਵੇਂ ਜਿਸ ਦੇਸ਼ ਦੇ ਵਿੱਚ ਬਰਫ਼ ਜ਼ਿਆਦਾ ਪੈਂਦੀ ਆ, ਉੱਥੇ ਸਵਰਗ ਦੇ ਵਿੱਚ ਕਹਿੰਦੇ ਨੇ ਆਪਣੀਆਂ ਧੁੱਪ ਨਿਕਲਦੀ ਹੈ ਹਰ ਰੋਜ਼, ਤੇ ਨਰਕ ਦੇ ਵਿੱਚ ਬਰਫ਼ ਦੀਆਂ ਉਹਨਾਂ ਦੇ ਉੱਤੇ ਬਰਫ਼ ਦੇ ਉੱਤੇ ਲਟਾਇਆ ਜਾਂਦਾ ਨੰਗੇ ਪਿੰਡੇ। ਤੇ ਜਿੱਥੇ ਗਰਮੀ ਪੈਂਦੀ ਆ, ਉੱਥੇ ਕਹਿ ਦਿੰਦੇ ਨੇ ਵੀ ਆਪਣਾ ਸਵਰਗ ਦੇ ਵਿੱਚ ਠੰਡੀ ਹਵਾ ਚੱਲਦੀ ਆ, ਤੇ ਨਰਕ ਦੇ ਵਿੱਚ ਤੱਤੇ ਰੇਤੇ ਦੇ ਉੱਤੇ ਦੀ ਲੰਘਾਇਆ ਜਾਂਦਾ, ਜਾਣੀ ਉੱਥੇ ਗਰਮੀ ਪੈਂਦੀ ਆ, ਅੱਗ ਬਹੁਤ ਜ਼ਿਆਦਾ ਇਸ ਤਰ੍ਹਾਂ। ਤੇ ਆਪਣੇ ਵਾਲਾ ਸਵਰਗ ਹੈ ਜਿਹੜਾ, ਆਪਣੇ ਵਾਲਾ ਸਵਰਗ ਹੋਰ ਤਰ੍ਹਾਂ ਦਾ। ਆਪਣੇ ਕਹਿੰਦੇ ਨੇ ਉੱਥੇ ਆਪਣਾ ਇੰਦਰ ਦਾ ਅਖਾੜਾ ਤੇ ਹੂਰਾਂ ਨੇ ਜਿਹੜੀਆਂ ਨੱਚਦੀਆਂ ਰਹਿੰਦੀਆਂ ਨੇ, ਉਹਨਾਂ ਦਾ ਡਾਂਸ ਹੁੰਦਾ ਰਹਿੰਦਾ। ਇਹ ਸਾਰੀਆਂ ਕਾਲਪਨਿਕ ਗੱਲਾਂ ਨੇ ਨਰਕ ਤੇ ਸਵਰਗ ਦੀਆਂ। ਤੇ ਨਰਕ ਤੇ ਸਵਰਗ ਦੇ ਉਹ ਡਰ ਤੇ ਲਾਲਚ ਨਾਲ, ਨਾ ਤਾਂ ਡਰ ਤੋਂ ਬੰਦਾ ਮਾੜੇ ਕੰਮ ਕਰਨੋਂ ਹਟਦਾ, ਨਾ ਲਾਲਚ ਦਿੱਤੇ ਤੋਂ ਉਹ ਮਨੁੱਖ ਲਾਲਚੀ ਬਣ ਜਾਂਦਾ, ਸਗੋਂ ਉਹ ਫਿਰ ਇੱਥੇ ਵੀ ਲਾਲਚ ਹੀ ਕਰਦਾ। ਅਸਲ 'ਚ ਤਾਂ ਸਾਡੀ ਸ਼ੁਰੂਆਤ ਹੀ ਇੱਥੋਂ ਹੁੰਦੀ ਆ, ਕਰਪਸ਼ਨ ਦੀ ਜਾਂ ਲਾਲਚ ਦੀ। ਬੰਦਾ ਸੋਚਦਾ ਵੀ ਕਿਤੇ ਸੁੱਖ ਸੁੱਖਦਾ ਵੀ ਮੈਂ ਇੰਨੇ ਪੈਸੇ ਦਾਨ ਕਰੂੰਗਾ ਜੇ ਮੇਰਾ ਆਹ ਕੰਮ ਬਣ ਜਾਵੇ, ਜਾਣੀ ਉਹ ਗੈਬੀ ਸ਼ਕਤੀ ਨੂੰ ਜਾਂ ਆਪਣੇ ਉਸ ਨੂੰ, ਰੱਬ ਨੂੰ ਰਿਸ਼ਵਤ ਦੇ ਰਿਹਾ ਵੀ ਇੰਨੇ ਪੈਸੇ ਮੈਂ ਇੱਥੇ ਤੁਹਾਡੇ ਲੱਖ ਰੁਪਏ ਦਾ ਆਹ ਚੀਜ਼ ਚੜਾਊਂਗਾ, ਜਾਂ ਆਹ ਕਰੂੰਗਾ, ਸੋਨੇ ਦਾ ਛਾਤਰ ਚੜਾਊਂਗਾ, ਜਾਂ ਇੱਥੇ ਪੱਥਰ ਲਵਾਊਂਗਾ ਜੇ ਮੇਰੀ ਨੌਕਰੀ ਲੱਗ ਜੇ। ਉਹ ਤਾਂ ਜਾਣੀ ਕਰਪਸ਼ਨ ਦਾ ਹੀ ਉਹ ਆ ਗਿਆ ਨਾ ਜੀ। ਜਾਣੀ ਇਹ ਤਾਂ ਨਹੀਂ ਵੀ ਨੰਬਰ ਵੱਧ ਨੇ ਉਹਦੇ, ਤਾਂ ਉਹ ਤਾਂ ਕਹਿੰਦਾ ਮੈਨੂੰ ਨੌਕਰੀ ਮਿਲ ਜਾਵੇ ਤੇ ਮੈਂ ਆਹ ਚੜਾਊਂਗਾ, ਉਸ ਤਰ੍ਹਾਂ ਕਰਕੇ। ਮਤਲਬ ਕਿ ਬੰਦਾ ਰੱਬ ਨੂੰ ਵੀ ਲਾਲਚ ਦੇਣਾ ਚਾਹੁੰਦਾ, ਵੀ ਲਾਲਚ ਦੇ ਕੇ ਤੁਸੀਂ ਫਿਰ ਆਪਣਾ ਕੰਮ ਰੱਬ ਤੋਂ ਲੈਣਾ ਚਾਹੁੰਦੇ ਹੋ। ਜਦ ਕਿ ਦੂਜੇ ਪਾਸੇ ਜੀ ਆਪਣੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਾ ਲਓ, ਜਾਂ ਫਿਰ ਆਪਣੇ ਜਿਹੜੇ ਵੀ ਧਰਮ ਦੇ ਪ੍ਰਚਾਰਕ ਨੇ, ਉਹ ਇਹ ਗੱਲ ਦੱਸਦੇ ਨੇ ਕਿ ਪਰਮਾਤਮਾ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ। ਪਰਮਾਤਮਾ ਸਿਰਫ ਨਾ ਸਿਰਫ ਬੰਦੇ ਦਾ ਪਿਆਰ ਚਾਹੁੰਦਾ। ਪਰਮਾਤਮਾ ਨੂੰ ਲੋਕਾਂ ਦਾ ਪਿਆਰ ਕਰੋ ਤੇ ਤੁਸੀਂ ਪਰਮਾਤਮਾ ਨੂੰ ਮਹਿਸੂਸ ਕਰ ਸਕਦੇ ਹੋ, ਨਾ ਕਿ ਤੁਸੀਂ ਰੱਬ ਨੂੰ ਲਾਲਚ ਦੇ ਕੇ ਖਰੀਦ ਸਕਦੇ ਹੋ, ਨਾ ਹੀ ਤੁਸੀਂ ਉਹਨੂੰ ਫੜ ਛੋਹ ਸਕਦੇ ਹੋ। ਸੋ ਰਾਮ ਕੁਮਾਰ ਜੀ, ਇੱਕ ਗੱਲ ਇੱਥੇ ਇਹ ਵੀ ਆਉਂਦੀ ਹੈ ਕਿ ਜਿਵੇਂ ਆਪਾਂ ਕਰਮ ਕਰਦੇ ਹਾਂ, ਮਾੜੇ ਕਰਮ ਹੋ ਗਏ, ਚੰਗੇ ਕਰਮ ਹੋ ਗਏ, ਪਰ ਕਰਮ ਕਰਨ ਤੋਂ ਬਾਅਦ ਫਿਰ ਵੀ ਬੰਦੇ ਦੇ ਦਿਲ 'ਚ ਕਿਤੇ ਨਾ ਕਿਤੇ ਡਰ ਰਹੀ ਜਾਂਦਾ ਵੀ ਯਾਰ ਮੇਰੇ ਤੋਂ ਗਲਤ ਹੋ ਗਿਆ ਹੋ। ਤਾਂ ਉਹ ਡਰ ਜਿਹੜਾ ਅੰਦਰੋਂ ਬੰਦੇ ਦੇ ਅੰਦਰ ਪਣਪਦਾ, ਉਹ ਕਿਤੇ ਪਾਪ ਤਾਂ ਨਹੀਂ ਉੱਗਦਾ ਬਣ ਕੇ? ਨਹੀਂ, ਜਿਹੜਾ ਡਰ ਹੈ ਜੀ, ਡਰ ਨਹੀਂ, ਇਹ ਤਾਂ ਜਾਣੀ ਸਮਾਜ ਦੇ ਵਿੱਚ ਸਿੱਖਿਆ। ਜਦੋਂ ਆਪਾਂ ਚੰਗਾ ਕੋਈ ਕੰਮ ਕਰਦੇ ਹਾਂ, ਚੰਗਾ ਕੰਮ ਕਰਨ ਨਾਲ ਸਾਨੂੰ ਸਕੂਨ ਮਿਲਦਾ, ਸਾਡਾ ਮਨ ਖੁਸ਼ ਹੁੰਦਾ। ਤੇ ਉਹਨੇ ਜਿਹੜਾ ਕੋਈ ਚੰਗਾ ਕੰਮ ਕਰਦਾ, ਕੋਈ ਇਮਾਨਦਾਰ ਨਾਲ ਕੋਈ ਵਧੀਆ ਕੰਮ ਕਰ ਰਿਹਾ, ਉਹਨੂੰ ਇੱਜ਼ਤ ਮਿਲੇ ਉਸ ਦੀ, ਸਮਾਜ ਦੂਜਾ ਚੰਗਾ ਕਹੇ, ਤਾਂ ਦੂਸਰੇ ਵੀ ਉਹ ਚੰਗੇ ਵੱਲ ਨੂੰ ਉਤਸ਼ਾਹਿਤ ਹੁੰਦੇ ਨੇ। ਮਤਲਬ ਕਿ ਜੇਕਰ ਬੰਦਾ ਚੰਗਾ ਕਰਮ ਕਰੇ ਤਾਂ ਉਹਨੂੰ ਸਮਾਜ ਦੇ ਵਿੱਚੋਂ ਇੱਜ਼ਤ ਮਿਲਦੀ ਹੈ, ਮਾਣ ਮਿਲਦਾ ਸਿਰਫ, ਤੇ ਬੰਦੇ ਨੂੰ ਅੰਦਰੋਂ ਉਤਸ਼ਾਹਤਾ ਮਿਲਦੀ ਆ। ਤਾਂ ਆਪਾਂ ਨੂੰ ਇਸ ਚੀਜ਼ ਤੇ ਨਹੀਂ ਜਾਣਾ ਚਾਹੀਦਾ ਕਿ ਹਾਂ ਇਹ ਕੰਮ ਪਾਪ ਹੋ ਗਿਆ ਜਾਂ ਪੁੰਨ ਹੋ ਗਿਆ। ਰਾਮ ਕੁਮਾਰ ਜੀ, ਜਿਵੇਂ ਹੁਣ ਆਪਾਂ ਪਾਪ ਪੁੰਨ ਦੀ ਗੱਲ ਕਰਦੇ ਹਾਂ, ਆਪਣੇ ਸਮਾਜ ਦੇ ਵਿੱਚ ਆਮ ਕਰਕੇ ਲੋਕ ਜਿਵੇਂ ਮਾਸਾਹਾਰੀ ਲੋਕ ਨੇ, ਉਹ ਮਾਸ ਖਾਂਦੇ ਨੇ। ਤਾਂ ਜਿਹੜੇ ਲੋਕ ਮਾਸ ਨਹੀਂ ਖਾਂਦੇ, ਤਾਂ ਉਹ ਲੋਕ ਕਹਿੰਦੇ ਨੇ ਨਾ ਵੀ ਮੁਰਗੀ ਮਾਰਨਾ ਪਾਪ ਆ, ਵੀ ਜੇ ਅਸੀਂ ਮਾਸ ਖਾਵਾਂਗੇ। ਉਹ ਇੱਕ ਤਾਂ ਉਹ ਇਹਨਾਂ ਦੀ ਸਾਇੰਟੀਫਿਕਲੀ ਜਿਹੜੀ ਮਾਨਸਿਕਤਾ ਜੁੜੀ ਹੋਈ ਉਹ ਗੱਲ ਅਲੱਗ ਹੈ, ਤੇ ਦੂਜੇ ਪਾਸੇ ਉਹ ਲੋਕ ਮੁਰਗੇ ਨੂੰ ਮਾਰਨਾ ਵੀ ਪਾਪ ਸਮਝਦੇ ਨੇ, ਤੇ ਕਹਿੰਦੇ ਨੇ ਜੇ ਗਊ ਦਾ ਡੰਡਾ ਮਾਰਿਆ ਉਹ ਪਾਪ ਹੋ ਜਾਊਗਾ। ਠੀਕ ਆ, ਵੀ ਕੁੱਤੇ ਦੇ ਸੋਟੀ ਮਾਰਨਾ ਵੀ ਕਈ ਬੰਦੇ ਪਾਪ ਸਮਝਦੇ ਨੇ। ਤਾਂ ਫਿਰ ਉੱਥੇ ਜਾ ਕੇ ਉਹ ਬੰਦੇ ਪਾਪ ਕਿਉਂ ਸਮਝਦੇ ਨੇ? ਜੇ ਫਿਰ ਤੁਸੀਂ ਕਹਿੰਦੇ ਹੋ ਕਿ ਪੁੰਨ ਤੇ ਪਾਪ ਕੋਈ ਕਨਸੈਪਟ ਨਹੀਂ, ਫਿਰ ਉਹ ਕਿਉਂ, ਕੀ ਮਤਲਬ ਕਿ ਮਨ ਦੇ ਵਿੱਚ ਕਿਉਂ ਆਉਂਦਾ ਕਿ ਹਾਂ ਜੇ ਐਵੇਂ ਕੀਤਾ ਤਾਂ ਗਲਤ ਹੋ ਜਾਊਗਾ? ਇਹ ਤੇ ਇਹ ਆ ਵੀ ਜਿਹੜੇ ਮਾਸ ਖਾਣ ਦੀ ਉਹ ਹੈ, ਜਿਹੜਾ ਏਰੀਆ ਜਿਵੇਂ ਹੁਣ ਆਪਣਾ ਪੰਜਾਬ ਆ, ਪਲੇਨ ਏਰੀਆ ਜੀ, ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਵੈਸ਼ਨੂ ਨੇ ਜੀ। ਜਿਵੇਂ ਸਮੁੰਦਰ ਦੇ ਕਿਨਾਰੇ ਤੇ ਨੇ ਜਿਹੜੇ, ਉਹਨਾਂ ਨੂੰ ਮੱਛੀ ਉਹਨਾਂ ਦੀ ਮੇਨ ਖੁਰਾਕ ਹੈ। ਉੱਥੇ ਹਰ ਬੰਦਾ ਜਿਹੜਾ ਤਕਰੀਬਨ ਜਿਹੜਾ ਵੈਸ਼ਨੂ ਕਹਾਉਂਦਾ ਆਪਣੇ ਆਪ ਨੂੰ, ਉਹ ਵੀ ਮੱਛੀ ਖਾ ਲੈਂਦਾ ਜੀ। ਤੇ ਇਹ ਆ ਵੀ ਸਾਡਾ ਇਹ ਕਹਿ ਦਿੰਦਾ ਵੀ ਮੁਰਗੀ ਮਾਰਨੀ ਪਾਪ ਆ, ਪਰ ਕਿਸੇ ਦਾ ਪੈਸੇ ਲੈ ਕੇ ਕੰਮ ਕਰਨਾ, ਰਿਸ਼ਵਤ ਲੈ ਕੇ ਕਿਸੇ ਦਾ ਕੰਮ ਕਰਨਾ, ਉਹਨੂੰ ਪਾਪ ਨਹੀਂ ਗਿਣਦੇ ਹੈਗੇ। ਜਾਣੀ ਜੇ ਮੁਰਗੀ ਮਾਰਨਾ ਪਾਪ ਹੈ, ਮੁਰਗੀਆਂ ਦਾ ਤਾਂ ਪਾਪ ਗਿਣਦੇ ਨੇ। ਭਰੂਣ ਹੱਤਿਆ ਪੰਜਾਬ ਦੇ ਵਿੱਚ ਇੰਨੀ ਹੋਈ ਆ, ਜਾਣੀ ਜਦ ਮੈਂ ਪੜ੍ਹਦਾ ਸੀ ਉਦੋਂ ਇਕਨੋਮਿਕਸ ਦੇ ਵਿੱਚ ਸਾਨੂੰ ਪੜ੍ਹਾਉਂਦੇ ਤੇ ਵੀ 1000 ਮੁੰਡੇ ਪਿੱਛੇ 990 ਕੁੜੀਆਂ ਨੇ।
ਜੀ। ਤੇ ਉਹ ਜਿਹੜੀਆਂ ਪਿੱਛੇ ਜੇ ਘਟ ਕੇ 730 ਕੁੜੀਆਂ ਰਹਿ ਗਈਆਂ ਤੇ 1000 ਪਿੱਛੇ। ਜੀ ਜਾਣੀ ਕੁੜੀਆਂ ਮਾਰਨਾ ਪਾਪ ਨਹੀਂ ਉਹਨਾਂ ਜਿੰਨਾ ਉਹ ਜਿਹੜੇ ਬਾਬੇ ਨੇ ਉਹਨਾਂ ਨੇ ਜ਼ੋਰ ਦਿੱਤਾ ਵੀ ਮੁਰਗੀ ਮਾਰਨੀ ਪਾਪ ਹੈ, ਅੰਡਾ ਖਾਣਾ ਪਾਪ ਹੈ। ਇਹ ਤਾਂ ਜਾਣੀ ਮਨੁੱਖ ਦੀ ਲੋੜ ਹੈ, ਲੋੜ ਚੋਂ ਹੁੰਦਾ। ਜੇ ਕੋਈ ਏਦਾਂ ਪਾਪ ਕੁਦਰਤ ਇਸ ਨੂੰ ਗਿਣੇ, ਬਹੁਤ ਸਾਰੇ ਜਾਨਵਰ ਹੀ ਇਸ ਤਰ੍ਹਾਂ ਦੇ ਨੇ, ਉਹ ਕੁਦਰਤ ਨੇ ਜਿਹਨੂੰ ਲੋਕ ਰੱਬ ਕਹਿੰਦੇ ਨੇ, ਰੱਬ ਨੇ ਬਣਾਇਆ। ਜਿਵੇਂ ਸ਼ੇਰ ਹੈ, ਹੋਰ ਕੋਈ ਚੀਜ਼ ਖਾ ਹੀ ਨਹੀਂ ਸਕਦਾ। ਸੱਪ ਹੈ, ਜਿਹਨੇ ਸੱਪ ਹੈ ਉਹ ਕੋਈ ਹੋਰ ਚੀਜ਼ ਖਾ ਹੀ ਨਹੀਂ ਸਕਦਾ, ਸਿਰਫ ਜਾਨਵਰ ਹੀ ਖਾਊਗਾ, ਉਹਨਾਂ ਨੇ ਮਾਸ ਹੀ ਖਾਣਾ। ਬਹੁਤ ਸਾਰੇ ਜਾਨਵਰ ਨੇ ਜਿਹੜੇ ਮਾਸਾਹਾਰੀ ਨੇ, ਹੋਰ ਚੀਜ਼ ਜਿਵੇਂ ਸੱਪ ਆ ਉਹਦੇ ਮੂੰਹ ਦੇ ਵਿੱਚ ਜੇ ਤੁਸੀਂ ਦੁੱਧ ਪਾ ਦੋਗੇ ਉਹ ਮਰ ਜਾਊਗਾ, ਉਹਨੂੰ ਲੂਜ਼ ਮੋਸ਼ਨ ਲੱਗਣਗੇ, ਡਾਇਰੀਆ ਹੋ ਕੇ ਉਹਦੀ ਮੌਤ ਹੋ ਜਾਊਗੀ। ਉਹ ਹੋਰ ਕੋਈ ਚੀਜ਼ ਉਹਦੀ ਪਾਚਨ ਸ਼ਕਤੀ ਹੈ ਜਿਹੜੀ ਹੋਰ ਕੋਈ ਚੀਜ਼ ਪਚਾ ਹੀ ਨਹੀਂ ਸਕਦੀ। ਐਂ ਸ਼ੇਰ ਆ, ਹੋਰ ਕੋਈ ਚੀਜ਼ ਘਾਹ ਜਾਂ ਕੋਈ ਹੋਰ ਚੀਜ਼ ਖਾ ਹੀ ਨਹੀਂ ਸਕਦਾ। ਤੇ ਫਿਰ ਜੇ ਇੱਦਾਂ ਪਾਪ ਹੁੰਦਾ ਕੁਦਰਤ ਬਣਾਉਂਦੀ ਉਹ ਕਿਉਂ ਇਸ ਤਰ੍ਹਾਂ ਦਾ। ਪਰ ਇਹ ਲੋੜ ਵਜੋਂ ਹਾਂ ਸੋਟੀ ਮਾਰਨੀ ਉਹ ਤਾਂ ਗਲਤ ਗੱਲ ਹੈ। ਸੋਟੀ ਚਾਹੇ ਕੁੱਤਾ ਚਾਹੇ ਗਾਂ ਜਾਂ ਹੋਰ ਕੋਈ ਜਾਨਵਰ ਹੈ, ਸੋਟੀ ਨਹੀਂ ਮਾਰਨੀ ਚਾਹੀਦੀ ਕਿਸੇ ਜਾਨਵਰ ਨੂੰ, ਤੇ ਅਤਿਆਚਾਰ ਨਹੀਂ ਕਰਨਾ ਚਾਹੀਦਾ ਉਹ ਇਸ ਤਰ੍ਹਾਂ ਕਰਕੇ। ਤੇ ਸਰ ਇੱਥੇ ਮੇਰਾ ਇੱਕ ਹੋਰ ਸਵਾਲ ਹੈ ਕਿ ਜਿਹੜੇ ਜੇ ਆਪਾਂ ਪਾਪ ਤੋਂ ਪੁੰਨ ਤੇ ਆ ਗਏ ਆ, ਤੇ ਆਪਾਂ ਗੱਲ ਸ਼ੁਰੂ ਕੀਤੀ ਸੀ ਕਿਸਮਤ ਤੇ, ਕਿ ਜਿਹੜੀ ਕਿਸਮਤ ਆ, ਬੰਦਾ ਕਹਿ ਦਿੰਦਾ ਵੀ ਕਿਸਮਤ ਮਾੜੀ ਹੈ ਜਾਂ ਕਿਸਮਤ ਚੰਗੀ ਹੈ, ਕਿ ਕਿਸਮਤ ਹੈ ਜਿਹੜੀ ਉਹਨੂੰ ਬਦਲਿਆ ਵੀ ਜਾ ਸਕਦਾ ਜੀ? ਹਾਂਜੀ, ਲੋਕਾਂ ਦੀ ਕਿਸਮਤ ਸਿਸਟਮ ਦੇ ਨਾਲ ਬਦਲ ਸਕਦੀ ਹੈ। ਜਿਵੇਂ ਕਿਊਬਾ ਇੱਕ ਛੋਟਾ ਜਿਹਾ ਅਮਰੀਕਾ ਦੇ ਨਾਲ ਲੱਗਦਾ ਦੇਸ਼ ਆ, ਉੱਥੇ ਜਦੋਂ ਫੀਦਲ ਕਾਸਟਰੋ ਆਇਆ ਜੀ, ਕਾਫੀ ਪੁਰਾਣੀ ਗੱਲ ਹੈ, ਮੇਰੇ ਹੁਣ ਨਹੀਂ ਹੁਣ ਧਿਆਨ 'ਚ, ਉਦੋਂ ਉੱਥੇ ਦੇ ਤਕਰੀਬਨ ਸਾਰੀ ਆਬਾਦੀ ਅਨਪੜ੍ਹ ਸੀ ਜੀ। ਜਦੋਂ ਉੱਥੇ ਦਾ ਉਹਦੇ ਹੱਥ ਦੇ ਵਿੱਚ ਰਾਜ ਆਇਆ ਜੀ, ਤਾਂ ਉਸਨੇ ਕੀ ਕੀਤਾ ਵੀ ਹੇਠਲਿਆਂ ਨੂੰ ਉੱਪਰ ਚੱਕਣ ਵਾਸਤੇ ਉੱਪਰਲਿਆਂ ਨੂੰ ਥੋੜ੍ਹੀ ਜਿਹੀ ਤਕਲੀਫ ਵੀ ਝੱਲਣੀ ਪੈ ਸਕਦੀ ਆ। ਉਹਨੇ ਕਾਲਜ ਯੂਨੀਵਰਸਿਟੀਆਂ ਬੰਦ ਕਰਕੇ ਉਹਨਾਂ ਨੂੰ ਪ੍ਰਾਇਮਰੀ ਸਕੂਲਾਂ ਦੇ ਵਿੱਚ ਟੀਚਰ ਲਾਤਾ। ਜਾਣੀ 2-3 ਸਾਲਾਂ ਦੇ ਵਿੱਚ ਉੱਥੇ ਦੇ 100% ਲੋਕ ਤੇ ਜਿਹੜੇ ਪੜ੍ਹੇ ਲਿਖੇ ਬਣ ਗਏ। ਹੁਣ ਜਾਣੀ ਉਹੀ ਹੈ ਵੀ ਜੇ ਹੁਣ ਕੋਈ ਅਨਪੜ੍ਹ ਬੰਦਾ ਵੀ ਤੂੰ ਪੜ੍ਹਿਆ ਕਿਉਂ ਨਹੀਂ, ਉਹ ਬਸ ਮੇਰੀ ਕਿਸਮਤ ਕਰਮਾਂ 'ਚ ਨਹੀਂ ਤੀ ਪੜ੍ਹਾਈ। ਜਾਣੀ ਅਸੀਂ ਜਦ ਤੱਕ ਕਰਮਾਂ ਤੇ ਨਿਰਭਰ ਰਹਾਂਗੇ ਤਾਂ ਉਹ ਇਸੇ ਤਰ੍ਹਾਂ ਦਾ ਸਿਸਟਮ, ਜਦੋਂ ਸਾਨੂੰ ਪਤਾ ਲੱਗ ਜੂ ਵੀ ਇਹ ਕਰਮ ਬਦਲੇ ਜਾ ਸਕਦੇ ਨੇ। ਅੱਜ ਦੇ 21ਵੀਂ ਸਦੀ ਦੇ ਵਿੱਚ ਵੀ ਇੰਨੇ ਅਨਪੜ੍ਹ ਲੋਕ ਕਿਉਂ ਨੇ ਜਿਹੜੇ ਅਖਬਾਰ ਨਹੀਂ ਪੜ੍ਹ ਸਕਦੇ ਤੇ ਜਿਹੜਾ ਗਿਆਨ ਹੈ ਉਹ ਤੋਂ ਵਾਂਝੇ ਰਹਿ ਜਾਂਦੇ ਨੇ, ਕਿਤਾਬਾਂ ਨਹੀਂ ਪੜ੍ਹ ਸਕਦੇ ਚੰਗੀਆਂ ਗਿਆਨ ਵਾਲੀਆਂ। ਇਹਦਾ ਕਾਰਨ ਉਹਨਾਂ ਦੀ ਕਿਸਮਤ ਨਹੀਂ, ਇਹਦਾ ਕਾਰਨ ਸਾਡਾ ਸਿਸਟਮ ਹੈ, ਸਾਡੀ ਸਰਕਾਰ ਹੈ। ਸਭ ਲਈ ਐਜੂਕੇਸ਼ਨ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਸਾਰਿਆਂ ਨੂੰ ਜਿਹੜੀ ਸਿੱਖਿਆ ਉਹ ਦਿੱਤੀ ਜਾਵੇ ਤਾਂ ਕਿ ਸਾਰੇ ਲੋਕ ਪੜ੍ਹੇ ਲਿਖੇ ਹੋਣ। ਇਸ ਕਰਕੇ ਜੇ ਸਾਡਾ ਸਿਸਟਮ ਵਧੀਆ ਹੋਊਗਾ, ਲੋਕ ਸਿਆਣੇ ਹੋਣਗੇ, ਉਹ ਕਿਸਮਤ 'ਚ ਵਿਸ਼ਵਾਸ ਨਹੀਂ ਰੱਖਣਗੇ, ਉਹ ਸਿਸਟਮ 'ਤੇ ਸਵਾਲ ਕਰਨਗੇ, ਉਹ ਲੀਡਰਾਂ ਨੂੰ ਸਵਾਲ ਪੁੱਛਣਗੇ, ਉਹਨਾਂ ਤੋਂ ਗਰੀਬੀ ਦਾ ਕਾਰਨ, ਅਨਪੜ੍ਹਤਾ ਦਾ ਕਾਰਨ, ਇਹਦਾ ਕਾਰਨ ਜਾਣਨਗੇ। ਤੇ ਫਿਰ ਉਹ ਲੀਡਰ ਨੇ ਜਿਹੜੇ ਉਹ ਡਰਦੇ ਵੀ ਅੱਗੇ ਨੂੰ ਇਹ ਸਾਤੋਂ ਸਵਾਲ ਪੁੱਛਦੇ ਨੇ, ਇਹਨਾਂ ਦੇ ਸਵਾਲ ਹੱਲ ਕਰੀਏ, ਇਹਨਾਂ ਦੇ ਮਸਲੇ ਹੱਲ ਕਰੀਏ, ਤੇ ਫਿਰ ਉਹ ਲੋਕਾਂ ਦੀ ਇਹ ਜਿਹੜੀ ਕਿਸਮਤ ਹੈ ਉਹ ਬਦਲ ਜਾਊਗੀ ਤੇ ਉਹ ਸਾਡਾ ਸਮਾਜ ਹੈ ਜਿਹੜਾ ਵਧੀਆ ਸਮਾਜ ਹੈ ਜਿਹੜਾ ਉਹ ਬਣ ਜਾਊਗਾ। ਸੋ ਰਾਮ ਕੁਮਾਰ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸੀ ਜੀ ਦੋਸਤੋ ਰਾਮ ਕੁਮਾਰ ਜੀ, ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਨੂੰ ਪੁੰਨ ਤੇ ਪਾਪ ਦਾ ਕਨਸੈਪਟ ਕੀ ਹੁੰਦਾ ਅਸਲ 'ਚ, ਤੇ ਕਿਸਮਤ ਹੈ ਜਿਹੜੀ ਉਹ ਕਿਵੇਂ ਕੰਮ ਕਰਦੀ ਹੈ, ਕਿਸਮਤ ਨੂੰ ਕਿਵੇਂ ਬਦਲਿਆ ਵੀ ਜਾ ਸਕਦਾ। ਤੁਹਾਨੂੰ ਸਾਡੀ ਅੱਜ ਦੀ ਇਹ ਮੁਲਾਕਾਤ ਕਿਵੇਂ ਲੱਗੀ, ਤੁਸੀਂ ਕਮੈਂਟ ਬਾਕਸ 'ਚ ਆਪਣੇ ਸੁਝਾਅ ਦੇਣਾ ਨਾ ਭੁੱਲਿਓ। ਜੁੜੇ ਰਹੋ ਪੁਆਧੀ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।